ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੈਂ ਸੁਖਦੀਪ ਕੌਰ ਸੰਧੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪਹਿਲਾਂ ਪੇਸ਼ ਨੇ ਚੁਣਵੀਆਂ ਖਬਰਾਂ। ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਸੁਖਪਾਲ ਖਹਿਰਾ, ਭਾਜਪਾ ਤੇ ਲਾਏ ਵੱਡੇ ਇਲਜ਼ਾਮ। ਕਾਂਗਰਸ ਜਲਦ ਕਰੇਗੀ ਪੰਜਾਬ ਦੇ ਵਿੱਚ ਸੀਐਮ ਚਿਹਰੇ ਦਾ ਐਲਾਨ, ਰਾਹੁਲ ਗਾਂਧੀ ਨੇ ਕੀਤਾ ਐਲਾਨ। ਡਾਕਟਰ ਸੁਲੇਮਾਨ ਨੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਕੀਤਾ ਪ੍ਰਚਾਰ। ਨਵਜੋਤ ਸਿੱਧੂ ਖਿਲਾਫ ਬਿਕਰਮ ਮਜੀਠੀਆ ਨੇ ਦਾਖਲ ਕੀਤੇ ਨਾਮਜ਼ਦਗੀ ਦੇ ਕਾਗਜ਼। ਕਿਸਾਨੀ ਅੰਦੋਲਨ ਦੇ ਅਹਿਮ ਬੁਲਾਰੇ ਤੇ ਵੱਡੇ ਚਿਹਰੇ ਨੇ ਫੜਿਆ ਭਾਜਪਾ ਦਾ ਪੱਲਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਪਟਿਆਲਾ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਿਆਂ ਹੀ ਸੁਖਪਾਲ ਖਹਿਰਾ ਨੇ ਵੱਡਾ ਬਿਆਨ ਦਿੱਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਬੀਜੇਪੀ ਕਾਂਗਰਸੀ ਦੇ ਕੁਝ ਦਾਗੀ ਬੰਦਿਆਂ ਅਤੇ ਆਪ ਦੀ ਤਿਕੜੀ ਨੇ ਮੇਰੇ ਖਿਲਾਫ ਛੜਯੰਤਰ ਰਚਿਆ ਸੀ, ਜਿਸ ਦਾ ਮੈਂ ਤੱਥਾਂ ਸਮੇਤ ਖੁਲਾਸਾ ਕਰਾਂਗਾ। ਖਹਿਰਾ ਨੇ ਕਿਹਾ ਹੈ ਕਿ ਭਾਜਪਾ ਨੇ ਮੈਨੂੰ ਝੂਠੇ ਕੇਸ ਦੇ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ, ਜਿਸ ਦੇ ਵਿੱਚ ਸਾਡੀ ਪਾਰਟੀ ਕਾਂਗਰਸ ਦੇ ਕੁਝ ਦਾਗੀ ਬੰਦੇ ਵੀ ਸ਼ਾਮਲ ਨੇ। ਉਹਨਾਂ ਨੇ ਆਮ ਆਦਮੀ ਪਾਰਟੀ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਆਪ ਦੇ ਸਕੱਤਰ ਪੰਕਜ ਗੁਪਤਾ ਨੇ ਮੇਰੇ ਖਿਲਾਫ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਝੂਠਾ ਬਿਆਨ ਦਿੱਤਾ, ਜਿਸ ਦਾ ਪਰਦਾਫਾਸ਼ ਮੈਂ ਤੱਤਾਂ ਸਮੇਤ ਕਰਾਂਗਾ। ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਹੈ ਕਿ 2016 ਦੇ ਵਿੱਚ ਮੈਨੂੰ ਵਿਦੇਸ਼ ਭੇਜ ਕੇ ਆਮ ਆਦਮੀ ਪਾਰਟੀ ਨੇ 1.5 ਤੋਂ 2 ਕਰੋੜ ਰੁਪਏ ਇਕੱਠੇ ਕੀਤੇ ਨੇ, ਜੋ ਬਾਅਦ ਦੇ ਵਿੱਚ ਕੇਜਰੀਵਾਲ ਦੇ ਖਾਤੇ ਦੇ ਵਿੱਚ ਗਏ ਨੇ। ਸੁਖਪਾਲ ਖਹਿਰਾ ਨੇ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਆਗੂਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਹੈ ਕਿ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਮੈਨੂੰ ਉਮੀਦਵਾਰ ਐਲਾਨਣਾ ਮੇਰੇ ਪ੍ਰਤੀ ਪਾਰਟੀ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਖਹਿਰਾ ਨੇ ਕਿਹਾ ਹੈ ਕਿ ਵਿਰੋਧੀਆਂ ਨੇ ਪੂਰਾ ਜ਼ੋਰ ਲਾਇਆ ਸੀ ਕਿ ਮੈਨੂੰ ਚੋਣ ਪ੍ਰਣਾਲੀ ਤੋਂ ਬਾਹਰ ਕੱਢ ਕੇ ਚੋਣ ਨਾ ਲੜਨ ਦਿੱਤੀ ਜਾਏ ਅਤੇ ਮੇਰੇ ਚਰਿੱਤਰ ਨੂੰ ਵਿਗਾੜਿਆ ਜਾਏ, ਪਰ ਪਰਮਾਤਮਾ ਦੀ ਮਿਹਰ ਅਤੇ ਲੋਕਾਂ ਦੀਆਂ ਅਰਦਾਸਾਂ ਕਾਰਨ ਵਿਰੋਧੀ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਨੇ। ਖਹਿਰਾ ਨੇ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕਰਨ ਦਾ ਦਾਅਵਾ ਕੀਤਾ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਬੇਗੁਨਾਹ ਹੋਣ ਦੇ ਸਾਰੇ ਤੱਥ ਪੇਸ਼ ਕਰਾਂਗਾ ਅਤੇ ਵਿਰੋਧੀਆਂ ਦੀ ਸਾਜ਼ਿਸ਼ ਦਾ ਪਰਦਾਫਾਸ਼ ਵੀ ਕਰਾਂਗਾ। ਜਲੰਧਰ ਦੇ ਵਿੱਚ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਖਿਆ ਹੈ ਕਿ ਉਹ ਵਰਕਰਾਂ ਦੇ ਨਾਲ ਗੱਲਬਾਤ ਕਰਕੇ ਮੁੱਖ ਮੰਤਰੀ ਬਾਰੇ ਕੋਈ ਫੈਸਲਾ ਲੈਣਗੇ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੋਵਾਂ ਨੇ ਮੈਨੂੰ ਭਰੋਸਾ ਦਿਵਾਇਆ ਸੀ ਕਿ ਦੋ ਵਿਅਕਤੀ ਸੂਬੇ ਦੀ ਅਗਵਾਈ ਨਹੀਂ ਕਰ ਸਕਦੇ ਨੇ, ਸਿਰਫ ਇੱਕ ਵਿਅਕਤੀ ਅਗਵਾਈ ਕਰੇਗਾ। ਉਹਨਾਂ ਦੋਵਾਂ ਨੇ ਕਿਹਾ ਹੈ ਕਿ ਜੋ ਕੋਈ ਵੀ ਅਗਵਾਈ ਕਰੇਗਾ, ਦੂਜਾ ਵਿਅਕਤੀ ਉਸ ਦੀ ਮਦਦ ਦੇ ਲਈ ਆਪਣੀ ਪੂਰੀ ਤਾਕਤ ਨਾਲ ਸਹੁੰ ਖਾਏਗਾ। ਜੇਕਰ ਕਾਂਗਰਸ ਪਾਰਟੀ ਵਰਕਰ ਅਤੇ ਪੰਜਾਬ ਚਾਹੁਣ ਤਾਂ ਮੁੱਖ ਮੰਤਰੀ ਦਾ ਫੈਸਲਾ ਅਸੀਂ ਆਪਣੇ ਵਰਕਰਾਂ ਨੂੰ ਪੁੱਛ ਕੇ ਲਵਾਂਗੇ। ਕਾਂਗਰਸ ਦੇ ਲਈ ਪੰਜਾਬ ਸਿਰਫ ਇੱਕ ਸੂਬਾ ਨਹੀਂ, ਸਗੋਂ ਇੱਕ ਵਿਚਾਰਧਾਰਾ ਹੈ। ਪੰਜਾਬ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਹੈ, ਪੀਐਮ ਵੀ ਦਿੱਤਾ ਹੈ। 10 ਸਾਲ ਮਨਮੋਹਨ ਸਿੰਘ ਨੇ ਇਸ ਦੇਸ਼ ਨੂੰ ਰਾਹ ਦਿਖਾਇਆ ਹੈ। ਮਨਮੋਹਨ ਸਿੰਘ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੋਚ ਹੈ। ਇਸ ਵਰਚੁਅਲ ਰੈਲੀ ਦੇ ਵਿੱਚ ਸੰਬੋਧਨ ਕਰਦੇ ਹੋਏ ਸੀਐਮ ਚੰਨੀ ਨੇ ਕਿਹਾ ਹੈ ਕਿ ਮੈਨੂੰ 111 ਦਿਨ ਮਿਲੇ ਨੇ, ਸੋ ਇਹਨਾਂ ਦੇ ਵਿੱਚ ਨਾ ਹੀ ਮੈਂ ਸੁੱਤਾ ਅਤੇ ਕਿਸੇ ਨੂੰ ਸੌਣ ਦਿੱਤਾ ਹੈ। ਸੀਐਮ ਚੰਨੀ ਨੇ ਕਿਹਾ ਹੈ ਕਿ ਜੇਕਰ ਲੋਕਾਂ ਨੂੰ ਪਾਰਟੀ ਦਾ ਕੰਮ ਪਸੰਦ ਆਇਆ ਤਾਂ ਮੈਨੂੰ 5 ਸਾਲ ਪੂਰੇ ਦਿਓ। ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਬਾਹਰ ਵਾਲਿਆਂ ਨੂੰ ਮੌਕਾ ਨਾ ਦਿਓ, ਮੈਂ ਕਿਸੇ ਅਹੁਦੇ ਦੇ ਲਈ ਪਾर्टी ਜਾਂ पंजाब ਦਾ ਨੁਕਸਾन नहीं कर सकता। हाँ, एक चिन्ह है, ये हमारे लिए सिर्फ एक प्रदेश नहीं है, ये हमारे लिए एक विचारधारा है, एक सोच है। पंजाब भाईचारा है, तो ये हमारे लिए, हमारी आइडियोलॉजी के लिए एक बहुत जरूरी चिन्ह है। और मैं जानता हूं सालों से, जैसे आज गाड़ी में किसी ने कहा, कहीं भी देखो ऊपर नीचे पंजाब के अंदर आपको कांग्रेस पार्टी और कांग्रेस पार्टी की विचारधारा दिखाई देगी, दिल में है आपके। और आपने सबने देश को इतना दिया है, प्रधानमंत्री जी दिया आपने, 10 साल मनमोहन सिंह जी ने इस देश को रास्ता दिखाया, वो आपकी देन है। और फिर से कहता हूं, मनमोहन सिंह जी सिर्फ एक व्यक्ति नहीं है, एक सोच है।
काम करने का एक तरीका है, उसको आप पंजाबियत कहते हो। हर धर्म का आदर, सबका आदर, बुजुर्गों का आदर, महिलाओं का आदर, यह आपकी सोच है, यह हमारी सोच है। तो रास्ता आपने चुनना है। गाड़ी में बात हुई कि आगे पंजाब को कौन लीड करेगा। मीडिया वाले उसको सीएम कैंडिडेट कहते हैं। दोनों चन्नी जी ने और सिद्धू जी ने गाड़ी में मुझे कहा कि देखिए, पंजाब में सबसे बड़ा सवाल कांग्रेस पार्टी को पंजाब में कौन लीड करेगा। और दोनों ने मुझे आश्वासन दिया और मैं बहुत खुश हुआ कि देखिए, दो लोग तो लीड नहीं कर सकते। सूबे ਦੇ ਅੰਦਰ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣੇ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ। ਇਸੇ ਤਰ੍ਹਾਂ ਹੀ ਫਿਰੋਜ਼ਪੁਰ ਦੇ ਵਿੱਚ ਡਾਕਟਰ ਸਵੈਮਾਨ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਚੋਣ ਲੜ ਰਹੇ ਉਮੀਦਵਾਰ ਦੇ ਹੱਕ ਦੇ ਵਿੱਚ ਫਿਰੋਜ਼ਪੁਰ ਪਹੁੰਚੇ, ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਕਰਦਿਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਸੰਯੁਕਤ ਸਮਾਜ ਮੋਰਚੇ ਦਾ ਸਾਥ ਦੇਣ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਸੰਯੁਕਤ ਸਮਾਜ ਮੋਰਚੇ ਦੀ ਸਰਕਾਰ ਆਉਣ ਤੇ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਜਾਏਗੀ। ਪੰਜਾਬ ਦੇ ਵਿੱਚੋਂ ਬੇਰੁਜ਼ਗਾਰੀ ਖਤਮ ਕੀਤੀ ਜਾਏਗੀ, ਨਸ਼ੇ ਤੇ ਰੋਕ ਲਗਾਈ ਜਾਏਗੀ, ਕਿਉਂਕਿ ਪੰਜਾਬ ਨੂੰ ਰਵਾਇਤੀ ਪਾਰਟੀਆਂ ਨੇ ਆਪਣੇ ਹੱਥਾਂ ਵਿੱਚ ਜਕੜਿਆ ਹੋਇਆ ਹੈ ਅਤੇ ਉਹ ਕਦੇ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਲੋਕ ਖੁਸ਼ਹਾਲ ਹੋਣ, ਨੌਜਵਾਨ ਨਸ਼ਾ ਛੱਡਣ ਅਤੇ ਨਸ਼ੇ ਦੀ ਦਲਦਲ ਵਿੱਚ ਪੈ ਕੇ ਉਹਨਾਂ ਦੇ ਗੁਲਾਮ ਬਣੇ ਰਹਿਣ ਅਤੇ ਅੱਜ ਲੋਕਾਂ ਦੇ ਵਿੱਚ ਇੰਨਾ ਡਰ ਹੈ। ਉਹਨਾਂ ਨੇ ਕਿਹਾ ਹੈ ਕਿ ਜੋ ਵੀ ਆਵਾਜ਼ ਉਠਾਉਂਦਾ ਹੈ ਉਸ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਅਤੇ ਅੱਜ ਪੰਜਾਬ ਦੇ ਵਿੱਚ ਪਰਚਾ ਪੋਲਿਟਿਕਸ ਚੱਲ ਰਹੀ ਹੈ। ਸੋ ਸੰਯੁਕਤ ਸਮਾਜ ਮੋਰਚੇ ਦੀ ਸਰਕਾਰ ਆਉਣ ਤੇ ਇਸ ਤੋਂ ਲੋਕਾਂ ਨੂੰ ਆਜ਼ਾਦ ਕਰਵਾਇਆ ਜਾਏਗਾ। ਲੋਕ ਮੁੱਦਿਆਂ ਦੀ ਗੱਲ ਵੀ ਕੀਤੀ ਜਾਏਗੀ। ਉਹਦਾ ਬਾਈਕਾਟ ਕਰ ਦੋ ਪਲੀਜ਼, ਉਹਦਾ ਬਾਈਕਾਟ ਕਰ ਦੋ। ਮੈਂ ਆਪਣੀ ਗੱਲ ਕਰ ਦਿੰਦਾ, ਮੇਰੇ ਵੀ ਵਿਆਹ ਤੇ ਮੇਰੇ ਸਗਨ ਤੇ ਮੇਰੇ ਫਾਦਰ ਇਨ ਲਾਅ ਨੇ ਮੇਰੇ ਅੱਗੇ ਪੈਸੇ ਰੱਖਤੇ ਕਿ ਇਹ ਸਗਨ ਆ। ਮੈਂ ਤਾਂ ਕਹਿੰਦਾ ਸਗਨ ਲੈਣਾ ਵੀ ਬੰਦ ਕਰ ਦੋ, ਮੈਂ ਸਗਨ ਵਾਪਸ ਕਰ ਦੋ। ਮੈਂ ਹਰ ਇੱਕ ਪੰਜਾਬੀ ਨੂੰ ਕਹਿੰਦਾ ਸਗਨ ਵੀ ਲੈਣਾ ਬੰਦ ਕਰ ਦੋ, ਸਗਨ ਵੀ ਕੋਈ ਚੀਜ਼ ਨਹੀਂ। ਤੁਹਾਡੇ ਨਾਲ ਪ੍ਰੋਮਿਸ ਆ ਡਾਕਟਰ ਸਾਹਿਬ, ਜਦੋਂ ਸਾਡੇ ਵਿਆਹ ਹੋਏ ਜਿੰਨੇ ਅਸੀਂ ਮੁੰਡੇ ਇੱਥੇ ਖੜੇ ਆ ਸ਼ਗਨ ਵੀ ਨਹੀਂ ਲੈਂਦੇ, ਜਿੰਨੇ ਧੀ ਦੇ ਧੀ ਕਰਦੇ, ਧੀ ਤੋਂ ਵੱਧ ਕੁਛ ਨਹੀਂ ਆ। ਪਰ ਮੈਂ ਜਿਹੜੀ ਫਿਰੋਜ਼ਪੁਰ ਦਿਹਾਤੀ ਜਿਹੜੀ ਇੱਥੋਂ ਦੀ ਸਰਕਾਰ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਪੰਜਾਬ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਮਾਂ ਦੇ ਦਰਦ ਸੁਣ ਲਓ। ਦਿਹਾੜੀਆਂ ਕਰਦੀ ਮਾਂ, ਬਹੁਤ ਮਿਹਨਤ ਨਾਲ ਪੜਾਈ ਜੀ ਡਾਕਟਰ ਸਾਹਿਬ, ਅਸੀਂ ਬਹੁਤ ਮਿਹਨਤ ਨਾਲ ਪੜਾਈ ਤੇ ਅਸੀਂ ਹੈਲਪ ਕਰਾਂਗੇ, ਲੋੜ ਪਈ ਤਾਂ ਤੁਹਾਨੂੰ ਬੁਲਾਵਾਂਗੇ ਤੇ ਮਾਰਦੇ ਨਾ। ਇਹ ਇਨਸਾਫ ਆ, ਇਹ ਇਨਸਾਫ ਆ, ਇਨਸਾਫ ਦੇਣਾ ਬਹੁਤ ਜ਼ਰੂਰੀ ਆ। ਔਰ ਮੇਰੇ ਕੋਲ ਇੰਨੇ ਕੋਈ ਮੇਰੇ ਕੋਲ ਮਾਂ ਆਉਂਦੀ ਆ ਮੇਰਾ ਪੁੱਤ ਨਸ਼ੇ ਤੇ ਮਰ ਗਿਆ, ਕੋਈ ਮੇਰੇ ਕੋਲ ਮਾਂ ਆਉਂਦੀ ਆ ਮੇਰੇ ਨਾਲ ਆਹ ਅਤਿਆਚਾਰ ਹੋ ਗਿਆ। ਧੰਨਿਆ ਇਹ ਸਰਕਾਰ, ਧੰਨਿਆ ਇਹ ਸਰਕਾਰ। ਕਾਂਗਰਸ ਸਰਕਾਰ ਨੇ ਫੁੱਲ ਮਤ ਕੀਤੀ ਉਹਨਾਂ ਦੀ ਜੀ। ਕਾਂਗਰਸ ਸਰਕਾਰ ਚਲੋ ਸੁਣ ਲਓ ਭਈਆ, ਜਿਹੜੇ ਕਾਂਗਰਸ ਦੇ ਲੀਡਰ ਹੋ ਤੁਸੀਂ ਕਿਹਦੀ ਮਦਦ ਕਰ ਰਹੇ ਹੋ? ਜਿਨ੍ਹਾਂ ਨੇ ਸਾਡੀਆਂ ਧੀਆਂ ਮਾਰੀਆਂ ਤੁਸੀਂ ਉਹਨਾਂ ਦੀ ਹੈਲਪ ਕਰ ਰਹੇ ਹੋ। ਸ਼ਰਮ ਆਉਂਦੀ ਹੈ ਇਹਨਾਂ ਲੋਕਾਂ ਤੇ ਜਿਹੜੇ ਇਹਨਾਂ ਪਿੱਛੇ ਭੱਜਦੇ ਆ ਵੋਲੰਟੀਅਰਸ ਤੇ। ਸ਼ਰਮ ਆਉਂਦੀ ਆ, ਇੱਕ ਮਾਂ ਦਾ ਘਰ ਜਾੜਤਾ ਉਹਨਾਂ ਲੋਕਾਂ ਨੇ ਤੇ ਤੁਸੀਂ ਉਹਨਾਂ ਦੀ ਹੈਲਪ ਕਰਦੇ ਹੋ। ਅਸੀਂ ਮਜਬੂਰ ਆ ਪੋਲਿਟਿਕਸ ਚ ਆਉਣ ਨੂੰ ਬਾਈ, ਸਾਡਾ ਮਨ ਨਹੀਂ ਕਰਦਾ ਸੀ ਪੋਲਿਟਿਕਸ ਚ ਆਉਣ ਨੂੰ, ਪਰ ਜਦੋਂ ਇਹੋ ਜਿਹੇ ਲੋਕ ਸਾਡੇ ਕੋਲ ਆਉਂਦੇ ਰੋਂਦੇ ਆ ਨਾ, ਇਦਾਂ ਦੀਆਂ ਕਿੰਨੀਆਂ ਮਾਵਾਂ ਮੇਰੇ ਕੋਲ ਰੋਈਆਂ ਟਿਕਰੀ ਬਾਰਡਰ ਤੇ। ਇਹਦੇ ਕਰਕੇ ਮੈਨੂੰ ਇੱਥੇ ਆਪਣਾ ਕਰੋੜਾਂ ਦੀ ਨੌਕਰੀ ਛੱਡ ਕੇ ਇੱਥੇ ਪੰਜਾਬ ਚ ਆਉਣਾ ਪਿਆ ਤੇ ਇੱਥੇ ਫਿਰਨਾ ਪਿਆ। ਸਾਡੀ ਮਜਬੂਰੀ ਬਣ ਗਈ ਆ ਇਹ, ਸਾਡੇ ਪੰਜਾਬ ਨੂੰ ਰੋਲਤਾ ਇਹਨਾਂ ਸਿਆਸਤਦਾਨਾਂ ਨੇ। ਕੋਈ ਨਹੀਂ ਬਣਦੀ, ਅਸੀਂ ਮੋਰੇ ਬਾਈ ਮੇਰੀ ਜ਼ਿੰਮੇਵਾਰੀ, ਸਾਡੀ ਜ਼ਿੰਮੇਵਾਰੀ ਨਾ ਕਰ ਲਈਏ। ਤੁਸੀਂ ਤੁਹਾਨੂੰ ਦੇਖਦੇ ਰਹੇ, ਅਸੀਂ ਕੋਈ ਸਮਾਂ ਉੱਥੇ ਜਾਣ ਦਾ ਮੌਕਾ ਮਿਲਿਆ। ਤੁਹਾਨੂੰ ਲੱਗਦਾ ਨਹੀਂ ਹੈ ਕਿ ਲੋਕ ਜਿਹੜੇ ਉੱਥੇ ਕਿਸਾਨੀ ਸੰਘਰਸ਼ ਜੁੜੇ ਸੀਗੇ ਹੁਣ ਫਿਰ ਰਵਾਇਤੀ ਪਾਰਟੀਆਂ 'ਚ ਵੜ ਗਏ? ਨਹੀਂ ਵੇਖੋ, ਉਹ ਤੇ ਹੋਣਾ ਹੀ ਸੀ, ਕਿਉਂਕਿ ਦੱਸਿਆ ਕੀ ਆ ਲੋਕੀ ਮੈਂ ਤੁਹਾਨੂੰ ਅੱਜ ਦੱਸਿਆ ਤਰਨਤਾਰਨ ਤੋਂ ਜਿਹੜਾ ਸਾਡਾ ਅਕਾਲੀ ਦਲ ਦੇ ਉਮੀਦਵਾਰ ਨੇ, ਉਹਨਾਂ ਤੋਂ ਲੋਕ ਇੰਨੇ ਡਰਦੇ ਨੇ ਕਿ ਉਹ ਆਂਦੇ ਕਿ ਸਾਨੂੰ ਤੁਰਨਾ ਪੈਣਾ, ਪਰ ਉਹਦੇ ਵੋਟ ਅਸੀਂ ਨਹੀਂ ਪਾਵਾਂਗੇ। ਤੁਰਨਾ ਪੈਣਾ ਕਿਉਂਕਿ ਪਰਚਿਆਂ ਤੋਂ ਡਰਦੇ ਨੇ, ਉਹ ਇਹ ਨਹੀਂ ਦਿਲੋਂ ਨਹੀਂ ਤੁਰਦੇ। ਉਹਨਾਂ ਨੂੰ ਵੀ ਪਤਾ ਹੈ ਉਹ ਲੋਕ ਨੇ ਜਿਨ੍ਹਾਂ ਨੇ ਕਰਕੇ ਸਾਨੂੰ ਦਿੱਲੀ ਦੇ ਬਾਰਡਰ ਤੇ ਬਹਿਣਾ ਪਿਆ, ਉਹ ਚੀਜ਼ ਨਾਲ ਵਾਕਿਫ ਨੇ, ਪਰ ਡਰੇ ਆ। ਜਿਹੜੀ ਪਰਚਾ ਪੋਲਿਟਿਕਸ ਪੰਜਾਬ ਦੇ ਵਿੱਚ ਚੱਲਦੀ ਆ ਉਹ ਤੋਂ ਡਰ ਕੇ ਉਹਨਾਂ ਨੂੰ ਉਹ ਸਟੈਪ ਲੈਣੇ ਪੈਂਦੇ ਆ। ਪਰ ਜੇ ਤੁਸੀਂ ਅੱਜ ਵੇਖੋ ਪੰਜਾਬ ਦਾ ਵੋਟਰ ਸ਼ਾਂਤ ਆ, ਉਹਨਾਂ ਦੇ ਦਿਲ ਵਿੱਚ ਗੋਲਾ ਵਾ ਕਿ ਅਸੀਂ ਚੇਂਜ ਚਾਹੁੰਦੇ ਆ। ਹੁਣ ਸਾਡੇ ਤੇ ਆ ਜਿਹੜਾ ਵੇਖੋ, ਸਾਡੇ ਕੋਲ ਰਿਸੋਰਸਿਸ ਨਹੀਂ ਹੈਗੇ,
ਅਸੀਂ ਹਜੇ ਪਹੁੰਚ ਨਹੀਂ ਪਾ ਰਹੇ ਪਿੰਡ ਵਿੱਚ। ਅਸੀਂ ਟਰਾਈ ਕਰ ਰਹੇ ਹਾਂ, ਅਸੀਂ ਯੂਥ ਨੂੰ ਅਪੀਲ ਕਰ ਰਹੇ ਹਾਂ ਕਿ ਸਾਡੇ ਮੁੱਦੇ ਚੁੱਕੋ, ਲੋਕਾਂ ਤੱਕ ਲੈ ਕੇ ਜਾਓ। ਜੇ ਸਾਡੇ ਮੁੱਦੇ ਵਧੀਆ ਲੱਗਦੇ ਆ, ਤੁਸੀਂ ਵੇਖਿਓ ਲੋਕ ਆਪਣੇ ਆਪ ਹੀ ਤੁਰ ਪੈਣੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜਨ ਦੇ ਲਈ ਆਪਣਾ ਨਾਮਜ਼ਦਗੀ ਪੱਤਰ ਐਸਡੀਐਮ ਦਫ਼ਤਰ ਦਾਖਲ ਕਰਵਾ ਦਿੱਤਾ ਹੈ। ਨਾਮਜ਼ਦਗੀ ਭਰਨ ਗਏ ਮਜੀਠੀਆ ਦੇ ਨਾਲ ਦਫ਼ਤਰ ਦੇ ਅੰਦਰ 2 ਵਿਅਕਤੀਆਂ ਨੂੰ ਜਾਣ ਦਿੱਤਾ ਗਿਆ ਹੈ। ਇਸ ਦੌਰਾਨ ਐਸਡੀਐਮ ਦਫ਼ਤਰ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸਨ। ਅੰਮ੍ਰਿਤਸਰ ਈਸਟ ਹਲਕੇ ਦੇ ਵਿੱਚ ਇਸ ਵਾਰ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਆਮੋ ਸਾਹਮਣੇ ਹੋਣਗੇ। ਦੱਸ ਦਈਏ ਕਿ ਵਿਧਾਨ ਸਭਾ ਚੋਣਾਂ 2022 ਦੀ ਚੋਣ ਬਿਕਰਮ ਮਜੀਠੀਆ 2 ਹਲਕਿਆਂ ਤੋਂ ਲੜ ਰਹੇ ਨੇ। ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਬਿਕਰਮ ਮਜੀਠੀਆ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਮੇਰੇ ਖਿਲਾਫ ਵਿਰੋਧੀ ਧਿਰਾਂ ਦੇ ਵੱਲੋਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ। ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਮੈਂ ਹਮੇਸ਼ਾ ਲੋਕਾਂ ਦੇ ਭਲੇ ਦੇ ਲਈ ਕੰਮ ਕਰਦਾ ਰਿਹਾ ਅਤੇ ਅੱਗੇ ਵੀ ਇਸੇ ਤਰ੍ਹਾਂ ਕਰਦਾ ਰਹਾਂਗਾ। ਮੇਰੇ ਇਸ ਕੰਮ ਦੇ ਵਿੱਚ ਮਜੀਠੀਆ ਹਲਕੇ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ। ਇਹ ਲੋਕ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਮੇਰੇ ਨਾਲ ਰਹੇ ਨੇ। ਮਜੀਠੀਆ ਨੇ ਕਾਂਗਰਸ ਪਾਰਟੀ ਤੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਕਾਂਗਰਸੀ ਪਾਰਟੀਆਂ ਨੇ ਮੇਰੇ ਨਾਲ ਇਹ ਸਭ ਕੁਝ ਕੀਤਾ ਹੈ ਤਾਂ ਕਿ ਮੈਂ ਨਾਮਜ਼ਦਗੀ ਪੱਤਰ ਨਾ ਭਰ ਸਕਾਂ ਅਤੇ ਚੋਣ ਵੀ ਨਾ ਲੜ ਸਕਾਂ। ਸੋ ਮਜੀਠੀਆ ਨੇ ਕਿਹਾ ਹੈ ਕਿ ਬਿਨਾਂ ਕਿਸੇ ਨੋਟਿਸ ਦੇ ਮੇਰੇ ਘਰ ਰੇਡ ਮਾਰੀ ਗਈ, ਜਿਸ ਦੇ ਨਾਲ ਮੇਰੇ ਪਰਿਵਾਰਕ ਮੈਂਬਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਨਵਜੋਤ ਸਿੰਘ ਸਿੱਧੂ ਦੇ ਹਮਲਾ ਕਰਦੇ ਹੋਏ ਮਜੀਠੀਆ ਨੇ ਕਿਹਾ ਹੈ ਕਿ ਇਹ ਬੰਦਾ ਪਰਿਵਾਰ ਦਾ ਨਹੀਂ ਹੋ ਸਕਿਆ ਤਾਂ ਲੋਕਾਂ ਦਾ ਕਿਵੇਂ ਹੋਏਗਾ। ਜਦ ਮੇਰੇ ਤੇ ਔਖਾ ਵੇਲਾ ਆਇਆ, ਚੁਣੌਤੀ ਆਈ ਆ, ਜ਼ਾਲਮ ਸਰਕਾਰਾਂ ਨੇ, ਮੇਰੇ ਵਿਰੋਧੀਆਂ ਨੇ ਮੇਰੇ ਤੇ ਸਾਜ਼ਿਸ਼ਾਂ ਘਟੀਆਂ ਨੇ, ਇਹਨਾਂ ਲੋਕਾਂ ਨੇ ਠੋਕ ਕੇ ਮੇਰਾ ਸਾਥ ਦਿੱਤਾ। ਪਿਛਲੀ ਵਾਰੀ ਵੀ ਚਾਹੇ ਉਹ 2007 ਦੀ ਇਲੈਕਸ਼ਨ ਸੀ, 2009 ਦੀ ਨਵਜੋਤ ਸਿੰਘ ਸਿੱਧੂ ਦੀ ਪਾਰਲੀਮੈਂਟ ਸੀ, 2012 ਚ ਦਾਸ ਦੀ ਇਲੈਕਸ਼ਨ ਸੀ, ਚਾਹੇ ਨਵਜੋਤ ਸਿੰਘ ਸਿੱਧੂ ਪਾਰਲੀਮੈਂਟ ਦੀ ਇਲੈਕਸ਼ਨ ਸੀ, 2007 ਵਾਲੀ ਜਿਹੜੀ ਉਸ ਵੇਲੇ ਵੀ, ਕਿਉਂਕਿ ਉਹ ਬਾਈ ਇਲੈਕਸ਼ਨ ਲੜੇ ਸੀ ਨਵਜੋਤ ਸਿੰਘ ਸਿੱਧੂ ਔਰ ਮੈਂ ਇਲੈਕਸ਼ਨ ਮੇਨ ਲੜਿਆ ਸਾਂ, 14 ਦੀ ਜੇਟਲੀ ਸਾਹਿਬ ਦੀ ਇਲੈਕਸ਼ਨ ਸੀ, 17 ਦੀ ਇਲੈਕਸ਼ਨ ਸੀ, ਜਦੋਂ ਹਰ ਤਰੀਕੇ ਦੀ ਸਾਜ਼ਿਸ਼ ਹੋਈ ਆ, ਜਾਂ 19 ਦੀ ਸੀ ਜਦੋਂ ਕੇਜਰੀਵਾਲ ਸਾਹਿਬ ਇੱਥੇ ਕੱਲੇ ਪਿੰਡ ਫਿਰ ਕੇ ਗਏ। ਇਹਨਾਂ ਲੋਕਾਂ ਨੇ, ਮੇਰੇ ਬਜ਼ੁਰਗਾਂ ਨੇ, ਮੇਰੀਆਂ ਭਾਵਾਂ ਨੇ, ਭੈਣਾਂ ਨੇ, ਮਾਵਾਂ ਨੇ, ਨੌਜਵਾਨਾਂ ਨੇ ਉਹਨਾਂ ਦੀ ਜ਼ਮਾਨਤ ਜ਼ਬਤ ਕਰਾਈ। ਔਰ ਰਾਹੁਲ ਗਾਂਧੀ ਜੀ ਦਾ ਹੈਲੀਕਾਪਟਰ ਮਾਝੇ 'ਚ ਕੱਲਾ ਮਜੀਠੇ ਉਤਰਿਆ ਸੀ ਆ ਕੇ, ਔਰ ਉਸ ਵੇਲੇ ਵੀ ਉਹਨਾਂ ਦੇ ਕੈਂਡੀਡੇਟ ਨੂੰ 23,000 ਵੋਟ ਨਾਲ ਪਛਾੜਿਆ। ਔਰ ਮੈਂ ਤੁਹਾਨੂੰ ਹੋਰ ਦੱਸ ਦਿਆਂ, ਇਹ ਗੱਲ ਤੁਸੀਂ ਮਜ਼ਾਕ 'ਚ ਹੱਸ ਪੈਂਦੇ ਹੋ ਜਦ ਮੈਂ ਗੱਲ ਕਰਦਾ, ਮਗਰ ਇਹ ਅਸਲੀਅਤ ਦੀ ਗੱਲ ਹੈ। ਨਾ ਮੇਰੇ ਪਰਿਵਾਰ 'ਚੋਂ ਕੋਈ ਮੇਰੀ ਇੱਥੇ ਸਪੋਰਟ ਨਹੀਂ ਆਉਂਦਾ, ਮੇਰੀ ਘਰ ਦੀ ਵੀ ਮੈਨੂੰ ਵੋਟ ਨਹੀਂ ਪਾਉਣ ਆਉਂਦੀ, ਮਗਰ ਇਹਨਾਂ ਸਾਰਿਆਂ ਨੇ ਮੇਰੇ ਬਜ਼ੁਰਗਾਂ ਦਾ, ਮੇਰੇ ਭਰਾ ਦਾ, ਮੇਰੀ ਭੈਣ ਦਾ ਰੋਲ ਅਦਾ ਕਰਦਿਆਂ ਹੋਇਆ ਹਮੇਸ਼ਾ ਮੈਨੂੰ ਵੱਡੀ ਜਿੱਤ ਇੱਥੋਂ ਦਿੱਤੀ ਹੈ। ਇਸ ਲਈ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਐਤਕੀ ਮੇਰੀ ਲੜਾਈ ਥੋੜੀ ਵੱਖਰੀ ਹੈ। ਲੜਾਈ ਵੱਖਰੀ ਇਸ ਕਰਕੇ ਵੀ ਬਣ ਗਈ ਹੈ ਕਿਉਂਕਿ ਇੱਕ ਤਾਂ ਕੋਵਿਡ ਪ੍ਰੋਟੋਕਾਲ ਕਰਕੇ ਪ੍ਰਚਾਰ ਤੇ ਬੜੀਆਂ ਪਾਬੰਦੀਆਂ ਨੇ। ਪਹਿਲਾਂ ਜਿਹੇ ਜਿਹਾ ਪ੍ਰਚਾਰ ਹੁੰਦਾ ਸੀ ਉਹ ਪ੍ਰਚਾਰ ਹੈ ਨਹੀਂ। ਬਟਾਲਾ ਵਿਖੇ ਇੱਕ ਰਸਮੀ ਸਮਾਗਮ ਦੇ ਵਿੱਚ ਵਿਧਾਨ ਸਭਾ ਹਲਕਾ ਬਟਾਲਾ ਤੋਂ ਉਮੀਦਵਾਰ ਫਤਿਹਜੰਗ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਕਿਸਾਨ ਯੁਵਾ ਨੇਤਾ ਗੋਲਡੀ ਮਾਨੇਪੁਰੀਆ ਭਾਜਪਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ। ਫਤਿਹਜੰਗ ਸਿੰਘ ਬਾਜਵਾ ਨੇ ਦੱਸਿਆ ਹੈ ਕਿ ਭਾਜਪਾ ਦੇ ਵਿੱਚ ਕਿਸਾਨ ਨੌਜਵਾਨ ਨੇਤਾ ਗੋਲਡੀ ਮਾਨੇਪੁਰੀਆ ਦੇ ਸ਼ਾਮਿਲ ਹੋਣ ਦੇ ਨਾਲ ਉਹਨਾਂ ਨੂੰ ਵੱਡੀ ਮਜ਼ਬੂਤੀ ਮਿਲੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਪੰਜਾਬ ਦਾ ਕਿਸਾਨ ਇਹ ਸਮਝ ਚੁੱਕਾ ਹੈ ਕਿ ਭਾਜਪਾ ਹੀ ਹੈ ਜੋ ਪੰਜਾਬ ਦੇ ਕਿਸਾਨ ਦੇ ਹੱਕ ਦੇ ਵਿੱਚ ਫੈਸਲਾ ਲੈ ਸਕਦੀ ਹੈ। ਉੱਥੇ ਕਿਸਾਨ ਯੁਵਾ ਨੇਤਾ ਗੋਲਡੀ ਮਾਨੇਪੁਰੀਆ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਦੀ ਲੜਾਈ ਮੁੱਖ ਤੌਰ ਤੇ ਖੇਤੀ ਕਾਨੂੰਨਾਂ ਦੇ ਖਿਲਾਫ ਸੀ ਅਤੇ ਜਦਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਦਿਲ ਕਰਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਖੇਤੀ ਕਾਨੂੰਨ ਵਾਪਸ ਲਏ, ਜਦਕਿ ਜੋ ਕਿਸਾਨ ਨੇਤਾ ਜੋ ਰਾਜਨੀਤੀ ਵਿੱਚ ਨਾ ਆਉਣ ਦੀ ਗੱਲ ਕਰਦੇ ਸਨ ਉਹ ਅੱਜ ਆਪਣੇ ਖੁਦ ਦੇ ਮੁਫਾਦ ਦੇ ਲਈ ਰਾਜਨੀਤੀ ਦੇ ਵਿੱਚ ਥਾਂ ਬਣਾਉਣ ਦੇ ਲਈ ਅੱਗੇ ਆਏ ਨੇ, ਜਦਕਿ ਉਹਨਾਂ ਪੰਜਾਬ ਦੇ ਸਾਰੇ ਨੌਜਵਾਨਾਂ ਅਤੇ ਉਹਨਾਂ ਕਿਸਾਨਾਂ ਦੇ ਨਾਲ ਵੱਡਾ ਧੋਖਾ ਕੀਤਾ ਹੈ ਜੋ ਕਿਸਾਨ ਅੰਦੋਲਨ ਦਾ ਹਿੱਸਾ ਸਨ ਅਤੇ ਇਸੇ ਤਰ੍ਹਾਂ ਹੀ ਚੱਲਦੇ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਤਾਂ ਜੋ ਪੰਜਾਬ ਦੀ ਕਿਸਾਨੀ ਦੇ ਲਈ ਰਹਿੰਦੇ ਮੁੱਦੇ ਪੂਰੇ ਹੋ ਸਕਣ। ਉਦੋਂ ਵੀ ਮੈਂ ਕਿਸਾਨੀ ਦੀ ਗੱਲ ਹੀ ਕਰਦਾ ਸੀ, ਅੱਜ ਵੀ ਜਿਹੜਾ ਮੈਨੂੰ ਅਹੁਦਾ ਦੇ ਕੇ ਨਵਾਜਿਆ ਹੋਇਆ ਬੀਜੇਪੀ ਸਰਕਾਰ ਨੇ, ਮੈਂ ਧੰਨਵਾਦ ਕਰਦਾ ਵਾਂ। ਮਸਲਾ ਕਿਸਾਨੀ ਦਾ ਸੀ, ਕਿਸਾਨੀ ਦੀਆਂ ਜਿਹੜੀਆਂ ਗੱਲਾਂ
ਹੁਣ ਪਾਰਟੀ ਦੇ ਵਿੱਚ ਰਹਿ ਕੇ ਕਰਾਂਗੇ ਆਪਾਂ। ਕਿੱਦਾਂ ਵੇਖਦੇ ਹੋ ਕਿ ਬੀਜੇਪੀ ਦੇ ਵਿਰੋਧ ਦੇ ਵਿੱਚ ਹੀ ਆਪਾਂ ਖੜੇ ਰਹੇ ਔਰ ਅੱਜ ਬੀਜੇਪੀ ਹੀ ਜੁਆਇਨ ਕਰ ਗਈ? ਬੜੀ ਦਰਿਆਦਿਲੀ ਵਿਖਾਈ ਸੀ ਪ੍ਰਧਾਨ ਮੰਤਰੀ ਉਹਨਾਂ ਨੇ, ਮਾਫੀ ਮੰਗ ਲਈ ਸੀ ਗੁਰਪੁਰਬ ਵਾਲੇ ਦਿਨ। ਬਾਕੀ ਤਾਂ ਇੱਦਾਂ ਦੀਆਂ ਸਿਆਸੀ ਜਮਾਤਾਂ ਨੇ ਪੰਜਾਬ ਦੇ ਵਿੱਚ, ਕਾਂਗਰਸ ਵਰਗੇ, ਜਿਨ੍ਹਾਂ ਨੇ ਐਡਾ ਵੱਡਾ ਅਟੈਕ ਸਾਡੇ ਗੋਲਡਨ ਟੈਂਪਲ ਤੇ ਕੀਤਾ, ਅਜੇ ਤੱਕ ਮਾਫੀ ਨਹੀਂ ਮੰਗੀ ਗਈ ਉਹਨਾਂ ਕੋਲ। ਮੋਦੀ ਸਾਹਿਬ ਉਹਨਾਂ ਨੇ ਤੇ ਬਹੁਤ ਵੱਡਾ ਦਿਲ ਵਿਖਾਇਆ, ਬਿੱਲ ਰੱਦ ਵੀ ਹੋਏ, ਮਾਫੀ ਵੀ ਮੰਗੀ, ਤੇ ਫਿਰ ਸਾਡੀ ਨਾਰਾਜ਼ਗੀ ਤਾਂ ਕੋਈ ਨਹੀਂ ਹੋਣਾ। ਕਿਸਾਨ ਜਥੇਬੰਦੀਆਂ ਵੀ ਰਾਜਨੀਤਿਕ ਮੈਦਾਨ 'ਚ ਆ, ਤੁਹਾਡੇ ਕੋਲ ਆਪਸ਼ਨ ਉਹਨਾਂ ਕੋਲ ਵੀ ਸੀ ਪਰ ਉਹਨਾਂ ਨੇ ਸਾਨੂੰ ਇਗਨੋਰ ਕੀਤਾ। ਤੁਸੀਂ ਵੀ ਵਹਿੰਦੇ ਰਹੇ ਹੋ ਕਿੱਡੇ ਕਿੱਡੇ ਵੱਡੇ ਆਪਾਂ ਇਵੈਂਟ ਕੀਤੇ ਆ, ਕੱਲਾ ਕਿਸਾਨ ਜਥੇਬੰਦੀਆਂ ਨੇ ਮੋਰਚਾ ਨਹੀਂ ਸੀ ਜਿੱਤਿਆ, ਬੜੇ ਵੱਡੇ ਚਿਹਰੇ, ਨੌਜਵਾਨਾਂ ਦੇ ਚਿਹਰੇ ਸੀ ਨਾਲ, ਜਿਨ੍ਹਾਂ ਦੇ ਸਿਰ ਦੇ ਉੱਤੇ ਇਹ ਸਾਰਾ ਸੰਘਰਸ਼ ਜਿੱਤਿਆ ਗਿਆ। ਪਰ ਉਹ ਸਿਆਸੀ ਜਮਾਤ ਬਣ ਗਈ, ਉਹ ਕਿਸਾਨ ਆਗੂ ਤਾਂ ਹੁਣ ਰਹੇ ਨਹੀਂ। ਕੁਝ ਜਿਹੜੇ 10 ਜਥੇਬੰਦੀਆਂ ਨੇ ਜਿਨ੍ਹਾਂ ਨੇ ਪਾਰਟਿਸਿਪੇਟ ਨਹੀਂ ਕੀਤਾ, ਉਹਨਾਂ ਨੂੰ ਤਾਂ ਆਪਾਂ ਕਿਸਾਨ ਗਿਣ ਸਕਦੇ ਹਾਂ, ਪਰ ਆ ਰਾਜੇਵਾਲ ਚੜੂਨੀ ਗਰੁੱਪ, ਇਹਨਾਂ ਨੂੰ ਹੁਣ ਆਪਾਂ ਕਿਸਾਨ ਨੇਤਾ ਨਹੀਂ ਕਹਿ ਸਕਦੇ। ਇੱਕ ਸਿਆਸੀ ਜਮਾਤ ਉੱਭਰੀ ਹੈ ਨਵੀਂ, ਤੇ ਆਪਾਂ ਬਾਈਕਾਟ ਹੀ ਕਰਦੇ ਹਾਂ ਇਹਨਾਂ ਦਾ ਜੀ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਚੁੱਕੀ ਹੈ। ਇਸ ਦੇ ਲਈ ਸੂਬੇ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਜਾਣਾ ਚਾਹੀਦਾ ਹੈ। ਤਰੁਣ ਚੁੱਗ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਨੂੰ ਅਪੀਲ ਕਰਦੇ ਨੇ ਕਿ ਪੰਜਾਬ ਦੇ ਡੀਜੀਪੀ ਗ੍ਰਹਿ ਮੰਤਰੀ ਰੰਧਾਵਾ ਮੁੱਖ ਸਕੱਤਰ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਸਭ ਨੂੰ ਪਤਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜਿੱਦ ਕਰਕੇ ਪੰਜਾਬ ਦੇ ਡੀਜੀਪੀ ਨੂੰ ਲਗਵਾਇਆ ਹੈ ਅਤੇ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਵੀ ਕਿਹਾ ਹੈ ਕਿ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਜਾਣ-ਬੁੱਝ ਕੇ ਕੋਤਾਹੀ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਹੈ ਕਿ ਉਕਤ ਸਭ ਤੇ ਦੋਸ਼ ਧਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਉਹਨਾਂ ਨੇ ਵੀ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ NIA ਅਤੇ CBI ਨੂੰ ਕਰਨੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਹਨਾਂ ਨੇ ਦੱਸਿਆ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦੋਸਤ ਨਵਜੋਤ ਸਿੰਘ ਸਿੱਧੂ ਦੀ ਸਰਕਾਰ ਪੰਜਾਬ ਦੀ ਅਖੰਡਤਾ ਅਤੇ ਅਮਨ ਸ਼ਾਂਤੀ ਦੇ ਲਈ ਖਤਰਾ ਹੈ। ਉਹਨਾਂ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਨੇ ਜਿੱਦ ਕਰਕੇ ਚਟੋਪਾਧਿਆ ਨੂੰ DGP ਬਣਾਇਆ ਅਤੇ ਗੈਂਗਸਟਰਾਂ ਦੇ ਨਾਲ ਮਿਲ ਕੇ ਖੂਨੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਖੂਨੀ ਸਾਜ਼ਿਸ਼ ਦੇ ਵਿੱਚ ਪਾਕਿਸਤਾਨ ISI ਇਮਰਾਨ ਖਾਨ ਨਵਜੋਤ ਸਿੰਘ ਸਿੱਧੂ ਚੰਨੀ ਸਾਹਿਬ DGP ਸ਼ਾਮਿਲ ਨੇ। कौन इंस्ट्रक्शन दे रहा सी? ISI को इंस्ट्रक्शन आ रही सी कि श्रीमती सोनिया गांधी को इंस्ट्रक्शन आ रही सी? सिद्धू साहब डायरेक्ट इंस्ट्रक्शन दे रहे सी? PO गैंगस्टर पंजाब के अंदर राजनीतिक बदलियां और बदले ये लै रहे ने, ये तो स्पष्ट होंदा है। और मेरे देश के सर्वोत्तम न्यायालय अगे, देश के राष्ट्रपति साहब अगे बेनती है कि इस DGP नूं, गृह मंत्री पंजाब रंधावा नूं, चीफ सैकटरी नूं और उस PO नूं तुरंत अरेस्ट करके इस सारे खूनी षड्यंत्र की जांच करनी चाहिए है। और इन्हां नूं किन्ने लवाया, किन्ने अड़ के चट्टोपाध्याय नूं DGP लगाया? पंजाब की जनता जानती है कि नवजोत सिंह सिद्धू ने लगवाया। ਇਹਦੇ ਪਿੱਛੇ कौन कौन है, कौन षड्यंत्र रच रहा है, कौन पंजाब दे वातावरण नूं अग लाना चाहता है, कौन देश के प्रधानमंत्री की सुरक्षा नूं जानबूझ के दाव लगा रहा है। यह देश द्रोह पूर्ण कर्तव्य है। इस पिछे इन्हां ते देश द्रोह का परचा रजिस्टर्ड होना चाहिए, क्रिमिनल केस रजिस्टर्ड होना चाहिए, अटैम्प्ट टू मर्डर टू प्राइम मिनिस्टर रजिस्टर्ड करके उस षड्यंत्र के तहत इन्हों गिरफ्तार करना चाहिए है। और जांच NIA नूं और CBI नूं इहदी जांच करके दुध दा दुध और पानी दा पानी करके दोषी व्यक्तियों नूं जेल च भेजना चाहिए। केंद्र सरकार दे वल्लों पास किए गए तीनों खेती कानून बेशक रद्द कर दिते गए ने, पर अज भी उस दियां मिठियां यादां किसानां दे पुत्तर अते किसान आगू अज भी याद कर रहे ने। उत्थे ही 26 जनवरी वाले दिन लाल किले ते जदों केसरी निशान साहिब चढ़ाया गया सी तां उस तो बाद काफ़ी विवाद भी सामने आया सी। इस दे तहत एक साल बीत जाण तो बाद दीप सिद्धू सचखंड श्री दरबार साहिब नतमस्तक होण दे लई पहुंचे अते उन्हां ने पंजाब अते पंजाबीयत दी चढ़दी कला दे लई अरदास कीती अते कहा कि जो फैसला सरकार
ਪੱਤਰਕਾਰਾਂ ਦੇ ਵੱਲੋਂ ਦਿੱਤੇ ਗਏ ਸਨ ਉਹ ਵਾਪਸ ਲੈਣ ਤੋਂ ਬਾਅਦ ਅੱਜ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ। ਉਹਨਾਂ ਨੇ ਕਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਅਤੇ ਦੀਪ ਸਿੱਧੂ ਨੇ ਦੱਸਿਆ ਹੈ ਕਿ 1 ਸਾਲ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਉੱਥੇ ਅੱਜ ਦੇ ਦਿਨ ਕਿਸਾਨਾਂ ਦੇ ਵੱਲੋਂ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਚਲਾਇਆ ਗਿਆ ਅਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਉੱਥੇ ਹੀ ਫੈਸਲਾ ਦਿੱਤਾ ਗਿਆ ਸੀ ਕਿ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਜ਼ਰੂਰ ਜਾਣਗੇ ਅਤੇ ਅੱਜ ਉਹਨਾਂ ਦਾ ਉਹ ਸੁਪਨਾ ਪੂਰਾ ਹੋ ਗਿਆ ਹੈ। ਸੋ ਉਹਨਾਂ ਨੇ ਕਿਹਾ ਹੈ ਕਿ ਜੇਕਰ ਕਿਸਾਨੀ ਅੰਦੋਲਨ ਦੀ ਜਿੱਤ ਹੋਈ ਹੈ ਤਾਂ ਉਹ ਪਰਮਾਤਮਾ ਦਾ ਸ਼ੁਕਰ ਅਦਾ ਕਰਦੇ ਨੇ। ਉੱਥੇ ਕਿਸਾਨੀ ਅੰਦੋਲਨ ਦੇ ਦੌਰਾਨ ਬਣੀਆਂ ਪਾਰਟੀਆਂ ਤੇ ਬੋਲਦੇ ਹੋਏ ਦੀਪ ਸਿੱਧੂ ਨੇ ਕਿਹਾ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਜੋ ਪ੍ਰੈਸ਼ਰ ਗਰੁੱਪ ਬਣਾਇਆ ਗਿਆ ਸੀ ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚ ਖੜੇ ਹੋਣ ਤੋਂ ਬਾਅਦ ਉਹ ਪ੍ਰੈਸ਼ਰ ਗਰੁੱਪ ਖਤਮ ਹੋ ਗਿਆ ਹੈ। ਅੱਜ ਸਾਡੇ ਕਿਸਾਨੀ ਸੰਘਰਸ਼ ਦਾ ਜਿਹੜਾ ਇੱਕ ਬਹੁਤ ਹੀ ਸਾਡੇ ਲਈ ਮਾਣਮੱਤੀ ਗੱਲ ਸੀ ਤੇ ਜੋ ਸੰਗਤ ਰੂਪੀ ਅਸੀਂ ਦਿੱਲੀ ਜਦੋਂ ਫਾਰਮਰਸ ਪਰੇਡ ਲਈ ਗਏ ਤੇ ਉੱਥੇ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਜੋ ਹੋਇਸਟ ਕੀਤਾ ਲਹਿਰਾਇਆ, ਗੁਰੂ ਸਾਹਿਬ ਦੀ ਮਿਹਰ ਸੀ ਜੀ। ਇੱਕ ਬਹੁਤ ਵੱਡੇ ਹੁਕਮ 'ਚ ਇਹ ਗੱਲ ਹੋਈ, ਸਾਰਾ ਵਰਤਾਰਾ ਹੀ ਉਸ ਹੁਕਮ 'ਚ ਵਰਤ ਰਿਹਾ ਸੀ। ਉਹਨਾਂ ਗੱਲਾਂ ਨੂੰ ਜਦੋਂ ਹੁਣ ਕਿਸੇ ਸੂਖਮ ਦ੍ਰਿਸ਼ਟੀ ਤੋਂ ਦੇਖਦੇ ਆ ਜਾਂ ਸਮਝਦੇ ਆ ਤਾਂ ਇਹ ਗੱਲ ਸਮਝ ਆਉਂਦੀ ਆ ਵੀ ਕਿਸੇ ਦੇ ਵੀ ਸਾਡੇ ਵੱਸ ਦੀ ਗੱਲ ਨਹੀਂ ਸੀ ਜੋ ਕੁਛ 26 ਨਵੰਬਰ ਨੂੰ ਹੋ ਰਿਹਾ ਸੀ। ਅਸੀਂ ਤਾਂ ਜਿਵੇਂ ਸਾਡੇ ਫਿਲਮਾਂ 'ਚ ਨਾ ਇੱਕ ਡਾਇਲੌਗ ਆ ਵੀ ਹਮ ਸਭ ਇਸ ਰੰਗਮੰਚ ਕੀ ਕਠਪੁਤਲੀਆਂ ਹੈ, ਅਸੀਂ ਤਾਂ ਉਵੇਂ ਹੀ ਕੰਮ ਕਰ ਰਹੇ ਸੀ। ਬਸ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਸੀ। ਸੰਗਤ ਨੇ ਜਾ ਕੇ ਉੱਥੇ ਚੜ੍ਹਦੀ ਕਲਾ ਦਾ ਇੱਕ ਜਿਹੜਾ ਬਹੁਤ ਵੱਡਾ ਪ੍ਰਤੀਕ ਉਹ ਫਿਰ ਇੱਕ ਵਾਰੀ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲਾਏ ਤੇ ਉੱਥੋਂ ਫਿਰ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਜਿਹੜੇ ਇਹ ਸ਼ਬਦ ਗੂੰਜੇ ਤੇ ਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਨਤਮਸਤਕ ਹੋਣ ਆਏ ਆ। ਕਿਉਂਕਿ ਲਾਸਟ ਵੀ 26 ਜਨਵਰੀ ਨੂੰ ਜਦੋਂ ਉੱਥੇ ਨਿਕਲੇ ਸੀ ਤਾਂ ਇਹ ਲਾਲ ਕਿਲੇ ਤੋਂ ਬਾਹਰ ਜਦੋਂ ਨਿਕਲੇ ਤਾਂ ਇਹ ਮਿਥਿਆ ਸੀ ਵੀ ਹੁਣ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਵਾਂਗੇ ਤੇ ਉਹ ਐਕਤੀ ਗੱਲ ਪੂਰੀ ਕਰਨ ਆਏ ਆ ਜੀ। ਸੋ ਇਸੇ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਆਏ ਆ ਵੀ ਸਾਡੇ ਕਿਸਾਨਾਂ ਨੂੰ, ਸਾਡੇ ਮਜ਼ਦੂਰਾਂ ਨੂੰ ਜੋ ਉਹਨਾਂ ਦੀਆਂ ਮੰਗਾਂ ਸੀ ਜਾਂ ਉਹਨਾਂ ਦੀਆਂ ਜ਼ਿੰਦਗੀਆਂ ਹੋਰ ਸੁਧਰਨ, ਉਹਨਾਂ ਨੂੰ ਉਹਨਾਂ ਦੇ ਹੱਕ ਮਿਲਣ ਤੇ ਪੰਜਾਬ ਜਿਹੜਾ ਸਾਡੀ ਮਿੱਟੀ ਆ, ਸਾਡੀ ਧਰਤੀ ਆ, ਗੁਰੂਆਂ ਦੀ ਧਰਤੀ ਆ ਸਾਡੀ, ਹੈ ਨਾ, ਇੱਥੋਂ ਜਿਹੜੀਆਂ ਚਿਣਗਾਂ ਸਾਡੇ ਅੰਦਰ ਲਾ ਕੇ ਜਿਹੜੀਆਂ ਕਮਾਈਆਂ ਕਰਕੇ ਉਹ ਇਸੇ ਤਰ੍ਹਾਂ ਬਰਕਰਾਰ ਰਹਿਣ ਤੇ ਉਹ ਅੱਗ ਸਾਡੇ ਅੰਦਰ ਬਲਦੀ ਰਹੇ ਤਾਂ ਕਿ ਆਪਦੇ ਅਸੀਂ ਹੱਕਾਂ ਲਈ, ਹੱਕ ਹਕੂਕ ਲਈ ਲੜਦੇ ਰਹੀਏ, ਸੰਘਰਸ਼ ਕਰਦੇ ਰਹੀਏ ਤੇ ਹਮੇਸ਼ਾ ਹੀ ਨਿਮਾਣਿਆਂ ਦਾ ਜਿਹੜਾ ਇੱਕ ਧਿਰ ਬਣ ਕੇ ਅਸੀਂ ਖੜੀਏ। ਦੇਖੋ ਇਹ ਉਹਨਾਂ ਦੀ ਇੱਕ ਕਨਸਪੀਰੇਸੀ ਆ। ਕਨਸਪੀਰੇਸੀ ਕੀ ਆ? ਉਹਨਾਂ ਨੇ ਹੋ ਸਕਦਾ ਸਾਡੇ ਕਾਨੂੰਨ ਰੱਦ ਕਰਤੇ, ਪਰ ਇਹੀ ਜਿਹੜੇ ਆਪਦੇ ਇੰਟਰਸਟ ਆ ਉਹਨਾਂ ਦੇ ਇਹ ਕਿਸੇ ਹੋਰ ਪਾਸਿਓਂ ਲੈ ਕੇ ਆਉਣਗੇ ਤੇ ਸਾਡੇ ਤੇ ਥੋਪਣਗੇ। ਉਹ ਇਹ ਵੀ ਹੋ ਸਕਦਾ ਵੀ ਆਉਣ ਵਾਲੇ 4-5 ਸਾਲਾਂ 'ਚ 10 ਸਾਲਾਂ 'ਚ FCI ਨੂੰ ਹੀ ਕੰਪਲੀਟਲੀ ਅਬੋਲਿਸ਼ ਕਰ ਦੇਣ। ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਐਗਜ਼ਿਸਟੈਂਸ ਹੀ ਨਾ ਰਹੇ। ਜੇ FCI ਨਹੀਂ ਰਹੀ ਤਾਂ ਪ੍ਰੋਕਿਉਰਮੈਂਟ ਆਫ ਕ੍ਰੌਪਸ ਨਹੀਂ ਰਹਿਣਾ। ਜੇ ਪ੍ਰੋਕਿਉਰਮੈਂਟ ਨਹੀਂ ਕਰਨਗੇ ਤਾਂ ਸਾਰੀ ਜਿਹੜੀ ਕਿਸਾਨਾਂ ਦੀ ਮੰਡੀ ਆ ਉਹ ਫਿਰ ਪ੍ਰਾਈਵੇਟਾਈਜੇਸ਼ਨ ਉਹਦੀ ਹੋ ਜਾਣੀ ਆ ਜਾਂ ਉਹ ਪ੍ਰਾਈਵੇਟ ਪਲੇਅਰਸ ਕੋਲੇ ਚਲੀ ਜਾਣੀ ਆ। ਸੋ ਉਹਨਾਂ ਨੇ ਆਪਦਾ ਟਾਰਗੇਟ ਅਚੀਵ ਕਰਨਾ। ਸਾਨੂੰ ਵੀ ਬੜੇ ਸਤਰਕ ਰਹਿਣਾ ਪਊਗਾ। ਅਸੀਂ ਅਵੇਸਲੇ ਨਹੀਂ ਹੋ ਸਕਦੇ ਵੀ ਸਾਡੇ ਕਿਹੜੇ ਪਾਸਿਓਂ ਆ ਕੇ ਸਾਨੂੰ ਮਾਰ ਮਾਰਨੀ ਆ ਉਹਨਾਂ ਨੇ। ਬਟਾਲਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੇ ਵੱਲੋਂ ਬਟਾਲਾ SDM ਬਟਾਲਾ ਦੇ ਦਫ਼ਤਰ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਉੱਥੇ ਹੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਸ ਵੇਲੇ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਲੈ ਕੇ ਨੋਮੀਨੇਸ਼ਨ ਫਾਈਲ ਦਾਖਲ ਕਰਵਾਈ ਗਈ। ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਆਪਣੇ ਹਲਕੇ ਦੇ ਵਿੱਚੋਂ ਪਹਿਲੇ ਉਮੀਦਵਾਰ ਵਜੋਂ ਪੱਤਰ ਦਾਖਲ ਕਰਵਾਏ ਨੇ, ਸੋ ਲੋਕਾਂ ਦਾ ਉਹਨਾਂ ਨੂੰ ਭਰਵਾਂ ਸਾਥ ਵੀ ਮਿਲ ਰਿਹਾ ਅਤੇ ਉਹਨਾਂ ਦੀ ਜਿੱਤ ਵੀ ਸਭ ਤੋਂ ਵੱਡੀ ਹੋਏਗੀ। ਉੱਥੇ ਹੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪਾਰਟੀ ਦੇ ਵੱਲੋਂ ਉਹਨਾਂ ਨੂੰ 1 ਮਹੀਨੇ ਪਹਿਲਾਂ ਹੀ ਉਮੀਦਵਾਰ ਐਲਾਨ ਦਿੱਤਾ ਸੀ, ਜਿਸ ਦੇ ਕਾਰਨ ਉਹਨਾਂ ਨੂੰ ਆਪਣੇ ਪ੍ਰਚਾਰ ਦਾ ਸਮਾਂ ਮਿਲਿਆ ਅਤੇ ਬਟਾਲਾ ਹਲਕੇ ਦੇ ਵੱਖ-ਵੱਖ ਵਰਗਾਂ ਦੇ ਵੱਲੋਂ ਸਹਿਯੋਗ ਵੀ ਮਿਲ ਰਿਹਾ ਹੈ ਜੀ। ਮੇਰਾ ਖਿਆਲ ਆ ਵੀ ਬਟਾਲੇ 'ਚ ਸਭ ਤੋਂ ਪਹਿਲਾਂ ਵੀ ਨੋਮੀਨੇਸ਼ਨ ਸਭ ਤੋਂ ਪਹਿਲਾਂ ਕੀਤੇ ਆ ਤੇ ਮੇਰਾ ਖਿਆਲ ਸਭ ਤੋਂ ਵੱਡੀ ਜਿੱਤ ਵੀ ਸਾਡੀ ਬਟਾਲੇ 'ਚ ਹੋਊਗੀ। ਮਹਾਰਾਜ ਦੀ ਕਿਰਪਾ ਹੋਊਗੀ। ਲੋਕਾਂ ਦਾ ਬੜਾ ਸਾਨੂੰ ਭਰਪੂਰ ਸਮਰਥਨ ਮਿਲਿਆ। ਅਸੀਂ ਅੱਜ ਫਲਾਈ ਸਾਹਿਬ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਅਰਦਾਸ ਕਰਕੇ ਤਾਂ ਗੁਰੂ ਸਾਹਿਬ ਦੇ ਆਸ਼ੀਰਵਾਦ ਲੈ ਕੇ ਉੱਥੇ ਚੱਲੇ ਸੀਗੇ। ਪਰ ਗਵਰਨਮੈਂਟ ਦੇ ਜਿਹੜੇ ਨੋਰਮਸ ਨੇ ਇਲੈਕਸ਼ਨ ਕਮਿਸ਼ਨ ਦੇ ਉਹਨਾਂ ਨੂੰ ਅਸੀਂ ਫਾਲੋ ਕੀਤਾ। ਅਸੀਂ ਇਕੱਲੇ ਗੱਡੀ 'ਤੇ ਅੰਦਰ ਆਏ ਸੀਗੇ। ਬਾਕੀ ਇੱਥੇ ਕਚਹਿਰੀ 'ਚ ਜਿੰਨੇ ਕੁ ਆਪਣੇ ਸਮਰਥਕ ਖੜ੍ਹੇ ਸੀਗੇ ਉਹਨਾਂ ਨੇ ਸਾਨੂੰ ਇੱਥੇ ਵੈਲਕਮ ਕੀਤਾ। ਕਾਗਜ਼ ਇੱਥੇ ਬੈਠ ਕੇ ਭਰੇ ਔਰ ਸਾਡਾ ਤਾਂ ਬਹੁਜਨ ਸਮਾਜ ਪਾਰਟੀ ਦਾ
ਸਮਝੌਤਾ ਵਾ ਸਾਰੇ ਉਹ ਵੀ ਸੱਜਣ ਨਾਲ ਸੀਗੇ, ਵਕੀਲ ਸਾਹਿਬਾਨ, ਪੱਤਰਕਾਰ ਵੀਰ, ਸਾਰਿਆਂ ਦਾ ਮੈਨੂੰ ਮਹੀਨੇ ਤੋਂ ਵੱਧ ਦਾ ਟਾਈਮ ਹੋ ਗਿਆ ਇਹ ਬਟਾਲੇ 'ਚ ਫਿਰਦਿਆਂ। ਸਭ ਦਾ ਸਹਿਯੋਗ ਮੈਨੂੰ ਮਿਲ ਰਿਹਾ, ਖਾਸ ਤੌਰ 'ਤੇ ਪੱਤਰਕਾਰ ਵੀਰਾਂ ਦਾ ਬਹੁਤ ਸਹਿਯੋਗ ਮਿਲਿਆ, ਵਕੀਲ ਸਾਹਿਬਾਨ ਦਾ ਬਹੁਤ ਮਿਲਿਆ, ਸਾਰੀਆਂ ਬਰਾਦਰੀਆਂ ਦਾ ਮੈਨੂੰ ਬਹੁਤ ਸਹਿਯੋਗ ਮਿਲਿਆ ਔਰ ਮੈਨੂੰ ਪੂਰਨ ਆਸ ਹੈ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਵੱਡੀ ਜਿੱਤ ਹੋਊ। BSF ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬਟਾਲੀਅਨ ਦੀ BOP ਚੰਦੂ ਵਡਾਲਾ ਵਿਖੇ ਤੜਕਸਾਰ ਸੰਗੜੀ ਧੁੰਦ ਦੌਰਾਨ BSF ਜਵਾਨਾਂ ਅਤੇ ਨਸ਼ਾ ਤਸਕਰਾਂ ਦਰਮਿਆਨ ਮੁੱਠਭੇੜ ਹੋ ਗਈ, ਜਿਸ ਦੇ ਦੌਰਾਨ BSF ਦਾ ਇੱਕ ਜਵਾਨ ਗੋਲੀ ਲੱਗਣ ਦੇ ਕਾਰਨ ਗੰਭੀਰ ਫੱਟੜ ਹੋ ਗਿਆ। ਸਰਚ ਆਪਰੇਸ਼ਨ ਦੌਰਾਨ BSF ਜਵਾਨਾਂ ਨੇ 47 ਕਿਲੋ ਹੈਰੋਇਨ ਅਤੇ 7 ਪੈਕਟ ਅਫੀਮ, 2 ਪਿਸਟਲ ਬਰਾਮਦ ਕੀਤੇ ਨੇ ਅਤੇ ਸਰਚ ਆਪਰੇਸ਼ਨ ਇਸੇ ਤਰ੍ਹਾਂ ਜਾਰੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ BSF ਦੇ DIG ਪ੍ਰਭਾਕਰ ਜੋਸ਼ੀ ਨੇ ਦੱਸਿਆ ਹੈ ਕਿ 5:15 ਵਜੇ ਦੇ ਕਰੀਬ ਗੁਰਦਾਸਪੁਰ ਦੇ ਚੰਦੂ ਵਡਾਲਾ ਪੋਸਟ ਤੇ ਜਵਾਨਾਂ ਸਰਹੱਦ ਸੰਗੜੀ ਧੁੰਦ ਦੇ ਦੌਰਾਨ ਹਿਲਜੁਲ ਵੇਖੀ ਤਾਂ ਇਸ ਦੌਰਾਨ 5 ਦੇ ਕਰੀਬ ਪਾਕਿਸਤਾਨ ਤਸਕਰਾਂ ਅਤੇ BSF ਜਵਾਨਾਂ ਦੌਰਾਨ ਚੱਲੀ ਗੋਲੀ ਦੌਰਾਨ BSF ਦੇ ਇੱਕ ਜਵਾਨ ਗਿਆਨ ਚੰਦ ਦੇ ਸਿਰ ਤੇ ਗੋਲੀ ਲੱਗਣ ਕਾਰਨ ਗੰਭੀਰ ਫੱਟੜ ਹੋ ਗਿਆ, ਜਦਕਿ BSF ਜਵਾਨਾਂ ਦੇ ਵੱਲੋਂ 47 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕਰ ਲਈ ਗਈ ਹੈ ਅਤੇ 7 ਪੈਕਟ ਅਫੀਮ, 2 ਪਿਸਟਲ ਅਤੇ 54 ਪਿਸਟਲ ਦੇ ਰੌਂਦ, 72 ਰੌਂਦ AK-47 ਦੇ ਬਰਾਮਦ ਕੀਤੇ ਗਏ ਨੇ ਅਤੇ ਸਰਚ ਆਪਰੇਸ਼ਨ ਜਾਰੀ ਹੈ ਤੇ ਜ਼ਖਮੀ ਹੋਏ ਜਵਾਨ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਸੰਗਣੀ ਧੁੰਦ ਦਾ ਫਾਇਦਾ ਉਠਾ ਕੇ ਨਸ਼ਾ ਤਸਕਰ ਸਮਗਲਿੰਗ ਕਰਨਾ ਚਾਹੁੰਦੇ ਸਨ। ਅਗਲੀ ਖਬਰ, DIG ਸਾਹਿਬ ਨੇ ਤੁਹਾਨੂੰ ਸਾਰੀ ਡਿਟੇਲ 'ਚ ਦੱਸਿਆ ਕਿ ਕਿਵੇਂ ਆਪਰੇਸ਼ਨ ਹੋਇਆ, ਕਿਵੇਂ ਸਾਰਾ ਇਨਸੀਡੈਂਟ ਹੋਇਆ ਮਾਰਨਿੰਗ 'ਚ 5:15 ਵਜੇ ਦਾ। ਸੋ ਉਸ ਤੋਂ ਬਾਅਦ ਜਿਹੜੇ ਆਪਣੇ ਇੰਡੀਅਨ ਸਾਈਡ ਤੇ ਬੰਦੇ ਸੀ ਉਹਨਾਂ ਬਾਰੇ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਆਲਰੇਡੀ, ਉਸ ਇਨਫੋਰਮੇਸ਼ਨ 'ਤੇ ਵੀ ਵਰਕ ਕਰ ਰਹੇ। ਜਿਵੇਂ ਪੁਰਾਣੇ ਸਮਗਲਰ ਕੋਈ ਸੀਗੇ ਉਹਨਾਂ ਦਾ ਸਰਚ ਕਰ ਰਹੇ, ਉਹਨਾਂ ਦੀ ਰੇਡ ਕਰ ਰਹੇ। ਜਿਹੜੇ ਕੋਈ ਪੁਰਾਣੀਆਂ FIRs ਨੇ ਜਿਨ੍ਹਾਂ 'ਤੇ ਕੋਈ ਮੇਜਰ ਰਿਕਵਰੀਜ਼ ਹੋਈਆਂ ਉਹਨਾਂ 'ਤੇ ਵਰਕ ਕਰ ਰਹੇ ਐਂਡ ਹੋਪਫੁਲੀ ਅਸੀਂ ਜਲਦੀ ਬੰਦੇ ਫੜ ਲਾਂਗੇ ਜਿਹੜੇ ਇੱਧਰਲੇ ਪਾਸੇ ਇੰਡੀਅਨ ਸਾਈਡ 'ਤੇ ਆਏ ਸੀ। ਜਿਹੜੇ ਪਾਕਿਸਤਾਨ ਸਾਈਡ 'ਤੇ ਆਏ ਸੀ ਉਹ DIG ਸਾਹਿਬ ਨੇ ਦੱਸਿਆ ਕਿ ਤੁਹਾਡੀ 11:30 ਵਜੇ ਅੱਜ ਫਲੈਗ ਮੀਟਿੰਗ ਹੈ, ਉਹਦੇ ਵਿੱਚ ਉਹ ਮੁੱਦਾ ਉਠਾਉਣਗੇ, ਉੱਥੇ ਗੱਲ ਵੀ ਕਰਨਗੇ ਤੇ ਜਿਹੜਾ ਇੰਡੀਆ ਵਾਲੇ ਪਾਸੇ ਦੈਟ ਵੀਲ ਟੇਕ ਕੇਅਰ। ਇਹ ਆਸ-ਪਾਸ ਦੇ ਪਿੰਡਾਂ ਦੇ ਹੋਣਗੇ ਜਿਹੜੇ ਕਹਿਣਾ ਮੁਸ਼ਕਿਲ ਹੈ ਕਿ ਲਾਗੇ ਦੇ ਪਿੰਡਾਂ ਦੇ ਹੋਣਗੇ ਜਾਂ ਦੂਰ ਦੇ ਹੋਣਗੇ, ਬਿਕੋਜ਼ ਸਾਡੇ ਸੈਕੰਡ ਲਾਈਨ ਆਫ ਡਿਫੈਂਸ ਦੇ ਜਿਹੜੇ ਨਾਕੇ ਹੈਗੇ ਉੱਥੇ ਸਾਡੇ ANPR ਕੈਮਰਾਜ਼ ਵੀ ਲੱਗੇ ਹੋਏ। ਸੋ ਜੇ ਕੋਈ ਹੋਏ ਤੇ ਗੱਡੀ ਤੇ ਆਇਆ ਹੋਊਗਾ ਤੇ ਉਹਦੇ ਵਿੱਚ ਕਲੀਅਰ ਹੋ ਜਾਏਗਾ। ਜੇ ਕੋਈ ਬਾਈ ਫੁੱਟ ਮੂਵਮੈਂਟ ਹੋਈ ਹੋਏਗੀ ਦੈਟ ਮੀਨਸ ਕਿ ਲਾਗਲੇ ਪਿੰਡਾਂ ਦਾ ਹੀ ਕੋਈ ਹੋਊਗਾ। ਆਮ ਤੌਰ ਤੇ ਦੇਖਿਆ ਜਾਂਦਾ ਕਿ BSF ਐਸੀ ਖੇਪਸ ਪਕੜਦੀ ਰਹਿੰਦੀ ਹੈ, ਲੇਕਿਨ ਕਦੀ ਵੀ ਇਹ ਕੋਸ਼ਿਸ਼ ਨਹੀਂ ਹੋ ਪਾਉਂਦੀ ਕਿ ਜਦੋਂ ਸੈਕੰਡ ਡਿਫੈਂਸ ਲਾਈਨ ਦੀ ਗੱਲ ਆਉਂਦੀ ਆ ਤੇ ਇੱਧਰਲੇ ਕੋਰੀਅਰ ਜਿਹੜੇ ਆ ਸਲੀਪਰ ਸੈੱਲ ਉਹ ਨਹੀਂ ਰਿਕਵਰ ਹੋ ਪਾਉਂਦੇ। ਨਹੀਂ, ਕਾਫੀ ਕੇਸਿਸ ਹੈਗੇ ਜਿਨ੍ਹਾਂ ਵਿੱਚ ਰਿਕਵਰੀ ਹੋਈ ਵੀ ਹੈ ਤੇ ਬਾਅਦ 'ਚ ਬੰਦੇ ਵੀ ਫੜੇ ਗਏ। ਜਿਵੇਂ ਅਕਤੂਬਰ ਵਿੱਚ ਅਸੀਂ 8 ਕਿਲੋ ਰਿਕਵਰ ਕੀਤੀ ਸੀ, ਉਹਦੇ ਵਿੱਚ ਸਾਡੇ ਕੋਲ ਬੰਦੇ ਟਰੇਸ ਹੋ ਗਏ ਸੀ, 3 ਬੰਦੇ ਟਰੇਸ ਹੋ ਗਏ ਸੀ, ਉਹਨਾਂ 'ਤੇ FIR ਵੀ ਹੋਈ ਹੈ, ਔਰ ਅਰੈਸਟ ਵੀ ਪੈ ਗਈ, ਉਹ ਚੱਲ ਵੀ ਗਏ ਨੇ ਜੇਲ੍ਹ 'ਚ। ਸੋ ਜਿਹੜੀ ਉਸ ਤੋਂ ਪਹਿਲਾਂ ਜਿਹੜੀ ਮੇਜਰ ਰਿਕਵਰੀ ਸੀ 22 ਕਿਲੋ ਦੀ ਇੱਕ ਹੈਰੋਇਨ ਦੀ ਰਿਕਵਰੀ ਹੋਈ ਸੀ ਆਈ ਥਿੰਕ 2020 'ਚ ਜਾਂ 2021 'ਚ, ਉਹਦੇ ਵਿੱਚ ਵੀ ਬੰਦੇ ਅਰੈਸਟ ਹੋਏ ਸੀ, ਉਹਦੇ ਵਿੱਚ ਵੀ ਬੰਦੇ ਜੇਲ੍ਹ 'ਚ ਗਏ ਨੇ, ਉਹਦਾ ਵੀ ਟਰਾਇਲ ਚੱਲ ਰਿਹਾ। ਸੋ ਇਹਦੇ ਵਿੱਚ ਵੀ ਵੀਲ ਵਰਕ ਔਨ ਇਟ, ਅਸੀਂ ਇਹਦੇ 'ਚ ਵੀ ਜਲਦੀ ਬੰਦੇ ਫੜਾਂਗੇ। ਪਿਛਲੇ ਹਫ਼ਤੇ ਅਮਰੀਕਾ ਕੈਨੇਡਾ ਸਰਹੱਦ ਨੇੜਿਓਂ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤੇ ਗਏ 7 ਭਾਰਤੀ ਨਾਗਰਿਕਾਂ ਨੂੰ ਬਾਰਡਰ ਪੈਟਰੋਲ ਨੇ ਰਿਹਾ ਕਰ ਲਿਆ ਹੈ ਅਤੇ ਉਹਨਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਜਾਰੀ ਕਰ ਦਿੱਤੀ ਹੈ। ਇਹ ਜਾਣਕਾਰੀ ਇੱਕ ਬਿਆਨ ਦੇ ਵਿੱਚ ਦਿੱਤੀ ਗਈ ਹੈ। ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਹਫ਼ਤੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਾਰੇ 7 ਪ੍ਰਵਾਸੀਆਂ ਨੂੰ ਵਾਪਸ ਭੇਜ ਜਾਣ ਦੀ ਪ੍ਰਕਿਰਿਆ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਦੇ ਤਹਿਤ ਜਾਰੀ ਹੈ। ਬਿਆਨ ਦੇ ਅਨੁਸਾਰ ਸਾਰੇ ਪ੍ਰਵਾਸੀਆਂ ਨੂੰ ਸਰਹੱਦ ਗਸ਼ਤੀ ਦਲ ਦੀ ਹਿਰਾਸਤ ਦੇ ਵਿੱਚ ਰਿਹਾ ਕਰ ਦਿੱਤਾ ਗਿਆ। 7 ਭਾਰਤੀ ਨਾਗਰਿਕਾਂ ਨੂੰ ਪਿਛਲੇ ਹਫ਼ਤੇ ਅਮਰੀਕਾ ਕੈਨੇਡਾ ਸਰਹੱਦ ਨੇੜੇ ਅਮਰੀਕੀ ਅਧਿਕਾਰੀਆਂ ਨੇ ਫੜਿਆ ਸੀ। ਇਸ ਸੰਬੰਧ ਦੇ ਵਿੱਚ 47 ਸਾਲਾ ਸਟੀਵ ਸ਼ੈਡ ਅਤੇ ਮਨੁੱਖੀ ਤਸਕਰੀ ਦਾ ਦੋਸ਼ ਲਗਾਇਆ ਗਿਆ ਸੀ। ਉਹ 15 ਯਾਤਰੀਆਂ ਵਾਲੀ ਵੈਨ ਚਲਾ ਰਿਹਾ ਸੀ ਅਤੇ 2 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਿਹਾ ਸੀ ਜੋ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਸਨ। ਸ਼ੈਡ ਨੂੰ 19 ਜਨਵਰੀ ਨੂੰ ਅਮਰੀਕਾ ਕੈਨੇਡਾ ਸਰਹੱਦ ਤੇ ਗ੍ਰਿਫਤਾਰ ਕੀਤਾ ਗਿਆ ਸੀ। 5 ਭਾਰਤੀ ਨਾਗਰਿਕਾਂ ਨੇ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਉਹ ਇਸ ਉਮੀਦ ਦੇ ਵਿੱਚ ਕੈਨੇਡੀਅਨ ਸਰਹੱਦ ਪਾਰ ਕਰ ਗਏ ਕਿ ਕੋਈ ਉਹਨਾਂ ਨੂੰ ਆਪਣੇ ਨਾਲ ਲੈ ਜਾਏਗਾ।
ਸੁਪਰੀਮ ਕੋਰਟ ਦੇ ਵੱਲੋਂ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਵੱਡੇ ਕਾਰੋਬਾਰੀ ਅਦਾਰਿਆਂ ਦੇ ਉੱਪਰ ਲਾਜ਼ਮੀ ਕੋਵਿਡ-19 ਟੀਕਾਕਰਨ ਜਾਂ ਨਿਯੰਤਰਣ ਟੈਸਟਿੰਗ ਦੇ ਲਈ ਲਾਗੂ ਕੀਤੇ ਗਏ ਨਿਯਮ ਉੱਪਰ ਪਾਬੰਦੀ ਲਗਾ ਦੇਣ ਉਪਰੰਤ ਬਾਈਡਨ ਪ੍ਰਸ਼ਾਸਨ ਇਸ ਆਦੇਸ਼ ਨੂੰ ਵਾਪਸ ਲੈ ਰਿਹਾ ਹੈ। ਅਮਰੀਕਾ ਦੇ ਲੇਬਰ ਆਕੂਪੇਸ਼ਨ ਸੇਫਟੀ ਐਂਡ ਹੈਲਥ ਐਡਮਿਨਿਸਟ੍ਰੇਸ਼ਨ ਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ 100 ਤੋਂ ਵੱਧ ਮੁਲਾਜ਼ਮਾਂ ਵਾਲੇ ਕਾਰੋਬਾਰੀ ਅਦਾਰਿਆਂ ਤੇ ਲਾਗੂ ਲਾਜ਼ਮੀ ਵੈਕਸੀਨੇਸ਼ਨ ਤੇ ਟੈਸਟਿੰਗ ਦੀ ਸ਼ਰਤ ਵਾਪਸ ਲਈ ਜਾ ਰਹੀ ਹੈ। ਅਮਰੀਕੀ ਕਿਰਤ ਵਿਭਾਗ ਦੇ ਇੱਕ ਬੁਲਾਰੇ ਨੇ ਸਪਸ਼ਟ ਕੀਤਾ ਹੈ ਕਿ ਹਾਲਾਂਕਿ ਉਹ ਵੈਕਸੀਨੇਸ਼ਨ ਤੇ ਟੈਸਟਿੰਗ ਵਾਪਸ ਲੈ ਰਹੇ ਨੇ, ਪਰੰਤੂ ਇਸ ਦੇ ਨਾਲ ਹੰਗਾਮੀ ਆਰਜੀ ਮਾਪਦੰਡ ਪ੍ਰਭਾਵਿਤ ਨਹੀਂ ਹੋਣਗੇ। रूस यूक्रेन ਦੇ ਵਿੱਚ ਜਾਰੀ ਤਣਾਅ ਦੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਰੂਸ ਦੇ 27 ਡਿਪਲੋਮੈਟਸ ਨੂੰ ਦੇਸ਼ ਛੱਡਣ ਦਾ ਆਦੇਸ਼ ਦੇ ਦਿੱਤਾ ਹੈ। ਵਾਸ਼ਿੰਗਟਨ ਤੋਂ ਇਹ ਆਦੇਸ਼ ਜਾਰੀ ਕਰਨ ਤੋਂ ਇਲਾਵਾ ਬਾਈਡਨ ਪ੍ਰਸ਼ਾਸਨ ਨੇ ਯੂਕਰੇਨ ਨੂੰ ਨਾਟੋ ਦੇ ਵਿੱਚ ਸ਼ਾਮਿਲ ਨਹੀਂ ਕਰਨ ਦੀ ਰੂਸੀ ਮੰਗ ਵੀ ਖਾਰਜ ਕਰ ਦਿੱਤੀ ਹੈ। ਬਾਈਡਨ ਨੇ ਯੂਕਰੇਨ ਤੇ ਹਮਲੇ ਦੀ ਸਥਿਤੀ ਦੇ ਵਿੱਚ ਰੂਸ ਨੂੰ ਸਖਤ ਨਤੀਜੇ ਭੁਗਤਣ ਦੀ ਚੇਤਾਵਨੀ ਵੀ ਦਿੱਤੀ ਹੈ। ਬਾਈਡਨ ਨੇ ਕਿਹਾ ਹੈ ਕਿ ਜੇਕਰ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਤਾਂ ਉਹ ਰੂਸ ਦੀ 85,000 ਕਰੋੜ ਰੁਪਏ ਦੀ ਨਾਰਡ ਸਟ੍ਰੀਮ 2 ਗੈਸ ਪਾਈਪਲਾਈਨ ਨੂੰ ਰੋਕ ਦੇਣਗੇ। रूस की इस पाइपलाइन राही यूरोप ਨੂੰ गैस सप्लाई करने की योजना है। खास गल यह है कि जर्मनी ने भी अमरीका का समर्थन किया है। उधर रूस और यूक्रेन ने दोवें देशों की सरहद से जंगबंदी के लिए पैरिस वार्ता जारी रखने का ऐलान भी कर दिता है। इस अज दी खास खबरां देश विदेश दी होर खबरां देखने के वास्ते तुसीं साडे YouTube चैनल पंजाब मेल US TV नूं करो सबसक्राइब। धन्यवाद।